ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਸਾਡਾ ਹੰਝ ਦੀ ਜੂਨੇ ਆਇਆਂ ਦਾ, ਸਾਡਾ ਦਿਲ ਜਲਿਆ ਦਿਲਗੀਰਾਂ ਦਾ। ਪੁੱਛਦੇ ਹੋ ਹਾਲ ਫਕੀਰਾਂ। ਪੰਜਾਬ ਦੇ 50ਵੇਂ ਅਤੇ 60ਵੇਂ ਦਹਾਕੇ ਵਿੱਚ ਜਿਸ ਕਿਸੇ ਨੂੰ ਪੰਜਾਬੀ ਕਵਿਤਾ ਅਤੇ ਪੰਜਾਬੀ ਸਾਹਿਤ ਨਾਲ ਲਗਾਵ ਸੀ, ਉਹ ਇਸ ਆਵਾਜ਼ ਨੂੰ ਸੁਣਨਾ ਲੋਚਦਾ ਸੀ। ਇਸ ਆਵਾਜ਼ ਵਿਚਲੇ ਅੰਦਾਜ਼ ਨੇ ਬਹੁਤਿਆਂ ਨੂੰ ਪਹਿਲੇ ਪਲ ਵਿੱਚ ਹੀ ਮੋਹ ਲਿਆ ਸੀ ਤੇ ਲਗਭਗ 50 ਸਾਲਾਂ ਬਾਅਦ ਅੱਜ ਵੀ ਸਾਨੂੰ ਸਭ ਨੂੰ ਮੋਹਿਆ ਹੋਇਆ ਹੈ। ਕੁਝ ਸ਼ੌਕ ਜਿਹੇ ਜਾਣਦੀਆਂ, ਕੁਝ ਸ਼ੌਕ ਜਿਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ, ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਈ, ਜਦ ਹਟ ਗਈ ਅਸੀਂ ਇਸ਼ਕੇ ਦੀ, ਜਦ ਹਟ ਗਈ ਅਸੀਂ ਇਸ਼ਕੇ ਦੀ, ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। 35 ਸਾਲ ਦੀ ਭਰ ਜਵਾਨੀ ਵਿੱਚ ਤੁਰ ਜਾਣ ਵਾਲੇ ਇਸ ਬੇਮਿਸਾਲ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ ਜ਼ੁਬਾਨ ਨੂੰ ਆਪਣੀਆਂ ਕਵਿਤਾਵਾਂ, ਗੀਤਾਂ, ਗਜ਼ਲਾਂ, ਕਾਵਨਾਟ, ਕਾਵ ਸੰਗ੍ਰਹਿਾਂ ਨਾਲ ਇਸ ਕਦਰ ਮਾਲਾਮਾਲ ਕੀਤਾ ਕਿ ਅੱਜ ਵੀ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੀ ਸੋਚ ਅਤੇ ਖਿਆਲ ਦੇ ਪ੍ਰਵਾਸ ਨੂੰ ਟੁੰਬਦਾ ਹੈ। ਉਹਨਾਂ ਦੇ ਦਿਲਾਂ ਵਿੱਚ ਆਪਣੇ ਹਰਮਨ ਪਿਆਰੇ ਕਵੀ ਲਈ ਪਿਆਰ ਅਤੇ ਸਤਿਕਾਰ ਹੋਰ ਵੱਧਦਾ ਹੈ ਅਤੇ ਸ਼ਿਵ ਦੇ ਲਿਖੇ ਗੀਤ ਪੰਜਾਬੀਆਂ ਨੇ ਇਸ ਪਿਆਰ ਨਾਲ ਗਾਏ ਅਤੇ ਸੁਣੇ ਮਾਨੋ ਲੋਕ ਗੀਤ ਹੀ ਬਣ ਗਏ ਹੋਣ। ਤਕਦੀਰ ਤਾਂ ਆਪਣੀ ਸੌਕਣ ਸੀ, ਤਕਦੀਰ ਤਾਂ ਆਪਣੀ ਸੌਕਣ ਸੀ, ਤਦਬੀਰਾਂ ਸਾਥੋਂ ਨਾ ਹੋਈਆਂ। ਤਕਦੀਰ ਤਾਂ ਆਪਣੀ ਸੌਕਣ ਸੀ, ਤਦਬੀਰਾਂ ਸਾਥੋਂ ਨਾ ਹੋਈਆਂ, ਤਦਬੀਰਾਂ ਸਾਥੋਂ ਨਾ ਹੋਈਆਂ। ਨਾ ਚੰਗ ਛੁੱਟਿਆ ਨਾ ਕੰਨ ਪਾਟੇ, ਨਾ ਚੰਗ ਛੁੱਟਿਆ ਨਾ ਕੰਨ ਪਾਟੇ, ਝੁੰਡ ਲੰਘ ਗਿਆ ਇੰਝ ਹੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ, ਸਾਡਾ ਨਦੀਆਂ ਵਿਛੜੇ ਨੀਰਾਂ ਦਾ। ਦਮੋਦਰ ਅਨੁਸਾਰ ਰਾਂਝੇ ਨੂੰ ਨਿੱਕੇ ਹੁੰਦੇ ਹੀ ਹੀਰ ਦਾ ਸੁਪਨਾ ਆਇਆ ਸੀ। ਸਾਡਾ ਪਿਆਰਾ ਸ਼ਿਵ ਵੀ ਨਿੱਕਾ ਹੁੰਦਾ ਨਦੀ ਦੇ ਕੰਢੇ ਉੱਤੇ ਉੱਗੇ ਕਾਈਆਂ ਦੇ ਬੂਟਿਆਂ ਵਿੱਚੋਂ ਕਕੜੀ ਦੇ ਫੰਬੇ ਉਡਾਉਂਦਾ ਸਾਰਾ ਦਿਨ ਉਸ ਕੁੜੀ ਨੂੰ ਲੱਭਦਾ ਰਹਿੰਦਾ, ਜਿਹੜੀ ਕੁੜੀ ਰਾਤੀ ਸੁਪਨੇ ਵਿੱਚ ਉਸ ਨੂੰ ਦਿਸਦੀ ਹੁੰਦੀ ਸੀ ਨਾ ਦਿਸੀ ਅਤੇ ਉਹ ਵੇਖਦਾ ਹੀ ਰਹਿ ਗਿਆ। ਸ਼ਿਵ ਦੀ ਜ਼ਿੰਦਗੀ ਵਿੱਚ ਉਹ ਪਹਿਲੀ ਕੁੜੀ ਸੀ ਜਿਸ ਦੀ ਸ਼ਕਲ ਉਸਦੇ ਸੁਪਨਿਆਂ ਵਿੱਚ ਆਉਣ ਵਾਲੀ ਕੁੜੀ ਨਾਲ ਹੂਬਹੂ ਮਿਲਦੀ ਸੀ। ਸ਼ਿਵ ਵਿਚਲੇ ਕਵੀ ਨੂੰ ਸ਼ਾਇਦ ਮੀਨਾ ਦੀ ਮੁਹੱਬਤ ਨੇ ਜਾਗ ਲਗਾਇਆ। ਮੀਨਾ ਸ਼ਿਵ ਦੀਆਂ ਕਵਿਤਾਵਾਂ ਗੁਣਗੁਣਾਉਣ ਲੱਗ ਪਈ। ਦੋਹਾਂ ਵਿੱਚ ਵਿਆਹ ਦੇ ਇਕਰਾਰ ਹੋਏ,
ਪਰ ਮੀਨਾ ਦੀ ਜ਼ਿੰਦਗੀ ਕੌਲਾਂ ਦੀ ਕੱਚੀ ਨਿਕਲੀ ਅਤੇ 2 ਵਰੇ ਵੀ ਨਹੀਂ ਸਨ ਟੱਪੇ ਕਿ ਮੀਨਾ ਮਿਆਦੀ ਬੁਖਾਰ ਨਾਲ ਤੜਪਦੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਇਹ ਗੱਲ ਬੇਮਾਇਨਾ ਹੈ ਕਿ ਮੀਨਾ ਨੂੰ ਮਿਆਦੀ ਬੁਖਾਰ 13 ਦਿਨਾਂ ਦਾ ਸੀ ਕਿ 21 ਦਿਨਾਂ ਦਾ, ਪਰ ਮੀਨਾ ਦੇ ਵਿਛੋੜੇ ਦੇ ਸੋਗ ਦਾ ਜੋ ਤਾਪ ਸ਼ਿਵ ਨੂੰ ਚੜਿਆ, ਉਸ ਦੀ ਮਿਆਦ ਕਈ ਵਰੇ ਲੰਬੀ ਹੋ ਗਈ। ਸਾਨੂੰ ਲੱਖਾਂ ਦਾ ਤਨ ਲੱਭ ਗਿਆ, ਪਰ ਇੱਕ ਦਾ ਮਨ ਵੀ ਨਾ ਮਿਲਿਆ। ਸਾਨੂੰ ਲੱਖਾਂ ਦਾ ਤਨ ਲੱਭ ਗਿਆ, ਪਰ ਇੱਕ ਦਾ ਮਨ ਵੀ ਨਾ ਮਿਲਿਆ, ਪਰ ਇੱਕ ਦਾ ਮਨ ਵੀ ਨਾ ਮਿਲਿਆ। क्या लिखिया किसे मुकद्दर सी, क्या लिखिया किसे मुकद्दर सी, हत्था दियां 4 लकीरां दा की पुछदे हो हाल फकीरां दा। साडा नदियों विछड़े नीरां दा, साडा हंज दी जून आया दा, साडा दिल जलिया दिल गीरा दा। ਹੱਥਾਂ ਦੀਆਂ 4 ਲਕੀਰਾਂ ਵਿਚਲੀ ਤਕਦੀਰ ਨੂੰ ਸ਼ਿਵ ਨੇ ਕਦੇ ਵੀ ਆਪਣੀ ਬਾਹ ਨਹੀਂ ਫੜਾਈ। ਉਸਨੇ ਆਪਣਾ ਪੈਂਡਾ ਆਪ ਮਿਥਿਆ, ਆਪਣੀ ਵਾਟ ਆਪ ਹੀ ਤੁਰਿਆ ਅਤੇ ਸਿਖਰ ਦੁਪਹਿਰ ਆਪਣੇ ਗੀਤ ਆਪ ਹੀ ਗਾ, ਆਪਣੇ ਤਨ ਮਨ ਨੂੰ ਆਪ ਅੱਗ ਲਗਾ ਦੁਨੀਆ ਨੂੰ ਮਈ 1973 ਵਿੱਚ ਅਲਵਿਦਾ ਆਖ ਗਿਆ। ਕਈ ਆਲੋਚਕਾਂ ਨੇ ਸ਼ਿਵ ਦੀ ਕਵਿਤਾ ਦੀ ਪ੍ਰਸਿੱਧੀ ਨੂੰ ਉਸਦੇ ਸੁਹੱਪਣ ਨਾਲ ਜੋੜ ਦਿੱਤਾ। ਕਈਆਂ ਨੇ ਸ਼ਰਾਬ ਨਾਲ, ਕਈਆਂ ਨੇ ਉਸਦੇ ਟੁੱਟੇ ਹੋਏ ਪਿਆਰ ਨਾਲ, ਕਈਆਂ ਜੋੜਿਆ ਮੁੰਡੇ ਕੁੜੀਆਂ ਦੀ ਕਾਮੁਕ ਭਾਵਨਾਵਾਂ ਨਾਲ, ਕਈਆਂ ਨੇ ਉਸਨੂੰ ਪੰਜਾਬੀ ਪੇਂਡੂ ਸੱਭਿਆਚਾਰ ਵਿੱਚੋਂ ਬਿੰਬ ਪ੍ਰਤੀਕ ਵਰਤਣ ਨਾਲ ਜੋੜ ਦਿੱਤਾ ਅਤੇ ਕਈਆਂ ਨੇ ਉੱਚੀ ਆਵਾਜ਼ ਦੇ ਵਿੱਚ ਸੋਹਣਾ ਗਾਉਣ ਦੇ ਨਾਲ ਉਸਦੀ ਪ੍ਰਸਿੱਧੀ ਨੂੰ ਜੋੜ ਦਿੱਤਾ। ਸ਼ਿਵ ਦੀ ਕਵਿਤਾ ਦੀ ਚੜ੍ਹਦੀ ਕਲਾ ਜਿਉਂ-ਜਿਉਂ ਆਲੋਚਕਾਂ ਦੀ ਨਜ਼ਰ ਦਾ ਨਿਸ਼ਾਨਾ ਬਣਦੀ ਰਹੀ, ਤਿਉਂ-ਤਿਉਂ ਉਸਦੀ ਕਵਿਤਾ ਵਧੇਰੇ ਜ਼ੋਰ ਨਾਲ ਉਗੜਦੀ ਰਹੀ। ਸ਼ਿਵ ਸੰਬੰਧੀ ਸਭ ਤੋਂ ਪ੍ਰਮੁੱਖ ਗੱਲ ਜਿਹੜੀ ਯਾਦ ਰੱਖਣ ਵਾਲੀ ਹੈ, ਉਹ ਇਹ ਹੈ ਕਿ ਉਸਨੇ ਪੰਜਾਬ ਦੇ ਸਮੁੱਚੇ ਲੋਕ ਭਾਈਚਾਰੇ ਨੂੰ ਬਹੁਤ ਹੀ ਸਫਲਤਾ ਨਾਲ ਕਾਵਿ ਰੂਪ ਵਿੱਚ ਰੂਪਾਂਤਰਿਤ ਕੀਤਾ। ਸ਼ਿਵ ਕੁਮਾਰ ਨੇ ਪੰਜਾਬ ਨੂੰ ਟੋਇਆ, ਵੇਖਿਆ, ਚੱਖਿਆ, ਸੁਣਿਆ ਤੇ ਸੁੰਘਿਆ ਤੇ ਫਿਰ ਇਹਨਾਂ ਸਾਰੇ ਰੰਗਾਂ, ਰਸਾਂ, ਸਵਾਦਾਂ ਨੂੰ ਸਦਾ ਲਈ ਕਵਿਤਾ ਵਿੱਚ ਸਾਂਭ ਲਿਆ। ਸ਼ਾਇਦ ਇਹੀ ਕਾਰਨ ਹੈ ਕਿ ਉਸ ਵੇਲੇ ਤੋਂ ਲੈ ਹੁਣ ਤੱਕ ਸ਼ਿਵ ਕੁਮਾਰ ਪੰਜਾਬ ਦਾ ਸਭ ਤੋਂ ਵੱਧ ਗਾਇਆ ਤੇ ਸੁਣਿਆ ਜਾਣ ਵਾਲਾ ਕਵੀ ਹੋਇਆ ਹੈ। ਸ਼ਿਵ ਦੇ ਗੀਤਾਂ ਦਾ ਸੰਗੀਤ, ਉਸਦੀ ਹੂਕ, ਉਸਦੀ ਬਿਰਹਾ, ਉਸਦੇ ਲਫ਼ਜ਼ਾਂ ਦੀ ਜਕੜ, ਉਸਦੀ ਕਵਿਤਾ ਵਿਚਲੀ ਸਿੰਬਲਿਜ਼ਮ ਦੀ ਮੌਲਿਕਤਾ, ਉਸਦੀ ਲੋਕਧਾਰਾ ਦਾ ਇਸਤੇਮਾਲ ਸਭ ਬੇਮਿਸਾਲ ਹਨ। ਸ਼ਿਵ ਕੁਮਾਰ ਨੇ ਜੋ ਸਹਿਜ ਵਿੱਚ ਲਿਖ ਦਿੱਤਾ, ਉਸ ਉੱਪਰ ਖੋਜ ਕਰਕੇ ਕਈਆਂ ਨੇ PhD ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਾਰ ਨੇ ਵੀ ਉਸਦੇ ਵਡੱਪਣ ਨੂੰ ਪਹਿਚਾਣਿਆ ਅਤੇ ਐਲਾਨ ਕੀਤਾ ਕਿ ਸ਼ਿਵ ਕੁਮਾਰ 20ਵੀਂ ਸਦੀ ਦੇ ਸਭ ਤੋਂ ਵੱਡੇ ਕਵੀਆਂ ਵਿੱਚੋਂ ਇੱਕ ਹੈ। ਗੁੰਮ ਹੈ, ਗੁੰਮ ਹੈ, ਗੁੰਮ ਸਾਧ ਮੁਰਾਦੀ ਸੋਹਣੀ ਫੱਬਤ, ਗੁੰਮ ਹੈ, ਗੁੰਮ ਹੈ, ਗੁੰਮ सूरत उसदी परियां वर्गी, सीरत दी मरियम लगदी, हसदी है तो फुल चढ़दे ने, तुरदी है ता गजल हलक दी, लम सलम सरूद खत दी,
उम्र अजे है मर के अगदी पर नैना दी गल समझ एक कुड़ी जिदा नाम मोहब्बत गुम है गुम है गुम। ਸ਼ਿਵ ਅਨੁਸਾਰ ਕਵੀ ਅਤੇ ਕਵਿਤਾ ਦੇ ਮਿਲਾਪ ਦੀ ਆਧਾਰਸ਼ਿਲਾ ਕੇਵਲ ਕੋਈ ਕੁੜੀ ਜਾਂ ਅਧੂਰਾ ਪਿਆਰ ਨਹੀਂ ਹੁੰਦਾ। BBC ਦੇ ਮਹਿੰਦਰ ਕੌਲ ਨਾਲ 1970 ਵਿੱਚ ਹੋਈ ਮੁਲਾਕਾਤ ਵਿੱਚ ਸ਼ਿਵ ਦੱਸਦੇ ਹਨ ਕਿ ਸਮਾਜਿਕ ਬਣਤਰ, ਸਮਾਜ ਵਿੱਚ ਲੋਕ, ਉਹਨਾਂ ਦੀ ਜ਼ਿੰਦਗੀ, ਆਸਾਂ ਉਮੀਦਾਂ ਸਭ ਇੱਕ ਕਵੀ ਤੇ ਉਸ ਦੀ ਕਵਿਤਾ ਨੂੰ ਪ੍ਰਭਾਵਿਤ ਕਰਦੇ ਹਨ। ਸ਼ਿਵ ਕੁਮਾਰ ਇੰਡੀਅਨ ਮਿਡਲ ਕਲਾਸ ਵਿਚਲੀ ਆਸ ਅਤੇ ਅਪੂਰਤੀ ਦੇ ਬਾਰੇ ਵਿੱਚ ਦੱਸਦਾ ਹੈ ਜਿਸ ਦਾ ਉਹ ਆਪ शिकार रहा है। सीधी सी बात है कि कविता जो है ना वो एक हादसे से पैदा नहीं होती है। कुछ लोगों का ख्याल है कि शायद कविता मोहब्बत से पैदा होती है, कुछ लोगों का ख्याल है कि कविता फ्रस्ट्रेशन जब हो, जिंदगी में उदासी हो तब पैदा होती है। मेरा ख्याल है कि मेरे में जो कविता पैदा हुई वो उसमें सब कुछ था। सबसे पहली जो जिंदगी में वहां हिंदुस्तानी जिंदगी में बात है वो ये है कि वहां क्लासेस हैं, एक श्रेणियां हैं बटी हुई, उनमें कोई लोअर मिडिल क्लास का है, कोई मिडिल क्लास का है, उनका दुखांत है। हर आदमी, हर बाप, हर माँ एक जुए की तरह ना उसको पढ़ाती है या पढ़ाते हैं और 10 साल के बाद वो सोचते हैं कि इसकी मुझे रिटर्न मिलेगी, वापसी मिलेगी। तो मेरे बाप भी तहसीलदार थे और उनका भी यही ख्याल था और मुझे नहीं पता कि मैं शायर काहे हो गया। ਉਹਨਾਂ ਦੀ ਪਤਨੀ ਅਰੁਣਾ ਬਟਾਲਵੀ ਦੱਸਦੇ ਸਨ ਕਿ ਸ਼ਿਵ ਨੂੰ ਕਵਿਤਾ ਲਿਖਣ ਲਈ ਉਚੇਚ ਨਹੀਂ ਸੀ ਕਰਨਾ ਪੈਂਦਾ। ਬੱਚੇ ਕੋਲ ਖੇਡਦੇ ਹੋਣ, ਬੱਸ ਵਿੱਚ ਬੈਠੇ ਹੋਣ, ਮੰਜੇ ਤੇ ਪਏ ਅਸਮਾਨ ਵੱਲ ਤਾਰੇ ਦੇਖਦੇ ਹੋਣ, ਕਵਿਤਾ ਆਪ ਮੁਹਾਰੇ ਸ਼ਬਦਾਂ ਦਾ ਰੂਪ ਲੈ ਉਹਨਾਂ ਦੀ ਕਲਮ ਵਿੱਚੋਂ ਨਿਕਲ ਪੈਂਦੀ। ਜਦੋਂ ਉਹ ਕਵਿਤਾ ਲਿਖਦੇ ਤੇ ਨਾਲ ਗੁਣਗੁਣਾਉਂਦੇ ਜ਼ਰੂਰ। ਸ਼ਿਵ ਦਾ ਕਾਵ ਸਾਹਿਤ ਕੁੱਲ 11 ਪੁਸਤਕਾਂ ਵਿੱਚ ਮਿਲਦਾ ਹੈ ਜੋ ਪੀੜਾਂ ਦਾ ਪੁਰਾਗਾ ਤੋਂ ਸ਼ੁਰੂ ਹੁੰਦਾ ਅਤੇ ਉਸ ਦੇ ਦੇਹਾਂਤ ਤੋਂ ਬਾਅਦ 94 ਕਵਿਤਾਵਾਂ ਦੇ ਸੰਗ੍ਰਹਿ ਅਲਵਿਦਾ ਨਾਲ ਖਤਮ ਹੁੰਦਾ ਹੈ। ਪਰ ਉਸ ਦੇ ਬੇਟੇ ਮਿਹਰਬਾਨ ਨੇ 2013 ਵਿੱਚ ਚੁੱਪ ਦੀ ਆਵਾਜ਼ ਕਿਤਾਬ ਵਿੱਚ ਉਸ ਦੇ ਹੱਥੀਂ ਲਿਖੇ ਸ਼ੇਅਰ ਅਤੇ ਹੋਰ ਰਚਨਾਵਾਂ ਛਾਪੀਆਂ। ਲੂਣਾ ਲਈ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ। ਸਭ ਤੋਂ ਛੋਟੀ ਉਮਰ ਵਿੱਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸ਼ਿਵ ਨੂੰ ਹੀ ਪ੍ਰਾਪਤ ਹੈ। ਡਾਕਟਰ ਸੁਰਜੀਤ ਪਾਤਰ ਜੋ ਅਜੋਕੀ ਪੰਜਾਬੀ ਕਵਿਤਾ ਦੇ ਇੱਕ ਪ੍ਰਮੁੱਖ ਥੰਮ ਹਨ, ਉਹਨਾਂ ਅਨੁਸਾਰ ਸ਼ਿਵ ਦੀ ਸ਼ਾਇਰੀ ਵਿੱਚ ਲੂਣਾ ਦੀ ਉਹ ਥਾਂ ਹੈ ਜੋ ਆਗਰੇ ਵਿੱਚ ਤਾਜ ਮਹਿਲ ਦੀ। ਸ਼ਿਵ ਦੇ ਗੀਤਾਂ ਵਿੱਚ ਪਿਆਰ ਦੀ ਕਸ਼ਿਸ਼ ਨਾ ਮਾਪੀ ਜਾ ਸਕਦੀ ਹੈ, ਨਾ ਤੋਲੀ, ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਫਿਰ ਗੀਤ ਜਾਂ ਕਵਿਤਾ ਰਾਹੀਂ ਕਾਗਜ਼ ਤੇ ਉਤਾਰੀ ਜਾ ਸਕਦੀ ਹੈ। ਸ਼ਿਵ ਦੀ ਸ਼ਾਇਰੀ ਦੀ ਕਸ਼ਿਸ਼ ਦੇਖੋ, ਰੱਬ ਕੋਲੋਂ ਝੋਲੀ ਅੱਡ ਮੰਗਿਆ ਵੀ ਤੇ ਕੀ ਮੰਗਿਆ। ਯਾਰੜਿਆ ਰੱਬ ਕਰਕੇ ਮੈਨੂੰ ਪੈਣ ਬਿਰਹੋ ਦੇ ਕੀੜੇ ਵੇ, ਨੈਣਾ ਦੇ ਦੋ ਸੰਦਲੀ ਬੂਹੇ ਜਾਣ ਸਦਾ ਲਈ ਭੀੜੇ ਵੇ। ਜਿਨ੍ਹਾਂ ਨੇ ਜ਼ਾਤੀ ਤੌਰ ਤੇ ਸ਼ਿਵ ਨੂੰ ਸੁਣਿਆ ਜਾਂ ਮਿਲੇ, ਉਹਨਾਂ ਨੂੰ ਅੱਜ ਵੀ ਮਲਾਲ ਹੈ ਕਿ ਕੁਝ ਚਿਰ ਹੋਰ ਸੁਣ ਲੈਂਦੇ, ਕੁਝ ਦੇਰ ਹੋਰ ਉਸ ਨਾਲ ਬੈਠ ਲੈਂਦੇ, ਪਰ ਉਹਨਾਂ ਵਿੱਚੋਂ ਸ਼ਿਵ ਨੂੰ ਛੱਡ ਹੋਰ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਹੋਵੇਗਾ ਕਿ ਉਸਨੇ ਐਨੀ ਛੇਤੀ ਤੁਰ ਜਾਣਾ ਸੀ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਭਰੇ ਭਰਾਏ, ਹਿਜਰ ਤੇਰੇ ਦੀ ਕਰ ਪਰਿਕਰਮਾ। ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ, ਜੋਬਨ ਰੁੱਤੇ ਆਸ਼ਿਕ ਮਰਦਾ ਜਾਂ ਕੋਈ ਕਰਮਾਂ ਵਾਲਾ। ਜਦੋਂ ਉਹ ਹੇਠਲੀਆਂ ਸੁਰਾਂ ਵਿੱਚ ਆਪਣੇ ਕਿਸੇ ਗੀਤ ਦਾ ਮੁਖੜਾ ਗਾਉਂਦਾ ਤਾਂ ਫੁੱਲ ਵਾਂਗ ਮਹਿਕਾਂ ਖਿਡਾਉਂਦਾ, ਜਦੋਂ ਉੱਚੀ ਆਵਾਜ਼ ਵਿੱਚ ਅੰਤਰੇ ਨੂੰ ਚੁੱਕਦਾ ਤਾਂ ਤਾਰਾ ਬਣ ਜਾਂਦਾ। ਇਹੀ ਕਾਰਨ ਹੈ ਕਿ ਵਾਰਿਸ ਸ਼ਾਹ ਤੋਂ ਬਾਅਦ
ਸ਼ਾਇਦ ਸ਼ਿਵ ਹੀ ਸਭ ਤੋਂ ਵੱਧ ਗਾਇਆ ਅਤੇ ਸੁਣਿਆ ਜਾਣ ਵਾਲਾ ਕਵੀ ਹੈ। ਨੁਸਰਤ ਫਤਿਹ ਅਲੀ ਖਾਨ, ਗੁਲਾਮ ਅਲੀ, ਮੁਹੰਮਦ ਰਫੀ, ਜਗਜੀਤ ਸਿੰਘ, ਚਿਤਰਾ ਸਿੰਘ, ਭੁਪਿੰਦਰ ਅਤੇ ਮਿਤਾਲੀ, ਮਹਿੰਦਰ ਕਪੂਰ, ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਕੇ ਦੀਪ, ਜਗਮੋਹਨ ਕੌਰ, ਦੇਦਾਰ ਪਰਦੇਸੀ, ਆਸਾ ਸਿੰਘ ਮਸਤਾਨਾ, ਹੰਸਰਾਜ ਹੰਸ, ਮਨਮੋਹਨ ਵਾਰਿਸ ਤੇ ਦਲਜੀਤ ਦੋਸਾਂਝ। ਜੇਕਰ ਸਭ ਦੇ ਨਾਮ ਲੈਣਾ ਸ਼ੁਰੂ ਕਰ ਦਈਏ ਤਾਂ ਲੜੀ ਸ਼ਾਇਦ ਟੁੱਟਣੀ ਨਹੀਂ। ਸਿਖਰੀ ਦੁਪਹਿਰ ਸਿਰ ਤੇ ਮੇਰਾ ਚੱਲ ਚੱਲਿਆ ਪਰਛਾਂ ਪੁੱਤਰਾਂ ਨੂੰ ਮਾਂ ਸਿਖਰ ਦੁਪਹਿਰ ਸਿਰ ਤੇ ਮੇਰਾ ਚੱਲ ਚੱਲਿਆ ਪਰਛਾਂ। ਸ਼ਿਵ ਦੀ ਸ਼ਾਇਰੀ ਦਾ ਪ੍ਰਵਾਹ ਇੱਕ ਬੇਮਿਸਾਲ ਰਵਾਨਗੀ ਵਾਲਾ ਹੈ, ਜਿਸ ਵਿੱਚ ਉਹ ਪਤਾ ਨਹੀਂ ਕੀ ਕੁਝ ਵਹਾ ਦਿੰਦਾ। ਕਵੀ ਸੰਮੇਲਨਾਂ ਦੀ ਜਿੰਦ ਜਾਨ ਸ਼ਿਵ ਲਈ ਪ੍ਰਬੰਧਕ ਹਮੇਸ਼ਾ ਅਖੀਰ ਵਿੱਚ ਟਾਈਮ ਰੱਖਦੇ ਤਾਂ ਜੋ ਸਰੋਤੇ ਅੰਤ ਤੱਕ ਬੈਠੇ ਰਹਿਣ। ਕਈ ਵਾਰ ਤਾਂ ਸ਼ਿਵ ਆਪਣੀ ਵਾਰੀ ਆਉਣ ਤੋਂ ਪਹਿਲਾਂ ਸਟੇਜ ਉੱਪਰ ਕਵੀਆਂ ਨਾਲ ਬੈਠਦਾ ਹੀ ਨਹੀਂ ਸੀ, ਪਰ ਜਦੋਂ ਆਪਣੀ ਵਾਰੀ ਆਉਣ ਤੇ ਮਾਈਕ ਅੱਗੇ ਖੜਾ ਹੁੰਦਾ, ਤਰੰਨਮ ਵਿੱਚ ਆਪਣੀ ਕਵਿਤਾ ਪੜ੍ਹਦਾ ਤਾਂ ਪੂਰੀ ਖਾਮੋਸ਼ੀ ਛਾ ਜਾਂਦੀ। ਉਸ ਕੁੜੀ ਨੂੰ ਮੇਰੀ ਸੌਂ ਹੈ, ਉਸ ਕੁੜੀ ਨੂੰ ਆਪਣੀ ਸੌਂ ਹੈ, ਉਸ ਕੁੜੀ ਨੂੰ ਜੱਗ ਦੀ ਸੌਂ ਹੈ, ਉਸ ਕੁੜੀ ਨੂੰ ਰੱਬ ਦੀ ਸੌਂ ਹੈ। ਜੇ ਕਿਤੇ ਪੜਦੀ ਸੁਣਦੀ ਹੋਵੇ, ਜਿਉਂਦੀ ਜਾਂ ਮਰ ਗਈ ਹੋਵੇ, ਇੱਕ ਵਾਰੀ ਆ ਕੇ ਮਿਲ ਜਾਵੇ, ਵਫਾ ਮੇਰੀ ਨੂੰ ਦਾਨ ਲਾ, ਨਹੀਂ ਤਾਂ ਮੈਥੋਂ ਜਾਂ न जाना, गीत कोई लिखिया नहीं जाना, एक कोई जिदा नाम मोहब्बत गुम है, गुम है, गुम। ਪੀੜ, ਬਿਰਹਾ, ਜੋਬਨ ਰੁੱਤੇ ਮਰਨ ਦੀ ਚਾਹਤ, ਦਰਦ, ਹੰਝੂ ਸ਼ਿਵ ਦੀ ਕਵਿਤਾ ਵਿੱਚ ਪ੍ਰਮੁੱਖ ਤੌਰ ਤੇ ਦੇਖੇ ਜਾ ਸਕਦੇ ਹਨ। ਨਾਲ ਹੀ ਉਸ ਦੀ ਸ਼ਰਾਬ ਦੀ ਆਦਤ ਬਹੁਤ ਮਸ਼ਹੂਰ ਸੀ। ਜਿਹੜੇ ਸ਼ਿਵ ਨੂੰ ਨਹੀਂ ਮਿਲੇ ਉਹਨਾਂ ਨੂੰ ਕਵਿਤਾ ਪੜ੍ਹ ਇਸ ਤਰ੍ਹਾਂ ਲੱਗਦਾ ਹੈ ਕਿ ਸ਼ਿਵ ਹਮੇਸ਼ਾ ਗਮਗੀਨ ਉਦਾਸੀ ਵਿੱਚ ਰਹਿਣ ਵਾਲਾ, ਢਹਿੰਦੀ ਕਲਾ ਵੱਲ ਜਾਣ ਵਾਲਾ ਸ਼ਾਇਰ ਸੀ। ਪਰ ਸ਼ਿਵ ਦੇ ਸਾਥੀਆਂ ਲਈ ਉਹ ਬਹੁਤ ਹੀ ਹਸਮੁਖ ਤੇ ਮਖੌਲੀਆ ਸੀ। ਚੁਟਕਲਿਆਂ ਤੇ ਹਾਸੇ ਦੇ ਫੁਹਾਰੇ ਛੁੱਟ ਪੈਂਦੇ ਸਨ ਉਹਨਾਂ ਦੀ ਮਿਲਣੀ ਵਿੱਚ। ਕਿਸੇ ਦੀ ਨਿੰਦਾ ਚੁਗਲੀ ਨਹੀਂ। ਅਰੁਣਾ ਬਟਾਲਵੀ ਦੱਸਦੇ ਹਨ ਕਿ ਇੱਕ ਰਾਤ ਆਪਣੇ ਪਿਆਰੇ ਦੋਸਤ ਅਮਿਤੋਜ ਨਾਲ ਸ਼ਿਵ ਦੀ ਮਹਿਫਿਲ ਲੱਗੀ। ਅਚਾਨਕ ਸ਼ਿਵ ਕਹਿਣ ਲੱਗੇ, ਅਮਿਤੋਜ, ਆਪਾਂ ਕੱਲ ਸਵੇਰੇ ਘਰ ਦੇ ਆਲੇ ਦੁਆਲੇ ਰੰਗ ਬਰੰਗੇ ਫੁੱਲ ਲਾਉਣੇ ਹਨ। ਇਹ ਕੰਮ ਕੱਲ ਸਵੇਰੇ ਆਪਾਂ ਜ਼ਰੂਰ ਕਰਨਾ ਹੈ। ਅਗਲੇ ਦਿਨ ਚੜ੍ਹਦੀ ਸਵੇਰ ਦੇਖਿਆ ਅਮਿਤੋਜ ਇੱਕ ਰਿਕਸ਼ੇ ਤੇ 10-12 ਫੁੱਲਾਂ ਦੇ ਗਮਲੇ ਲੱਦੀ ਆਵੇ। ਸ਼ਿਵ ਵੇਖ ਹੈਰਾਨੀ ਵਿੱਚ ਕਹਿਣ ਲੱਗੇ, ਅਜੇ ਦੁਕਾਨਾਂ ਤਾਂ ਖੁੱਲੀਆਂ ਨਹੀਂ, ਤੂੰ ਇਹ ਗਮਲੇ ਕਿੱਥੋਂ ਚੁੱਕੀ ਆਉਣਾ? ਅਮਿਤੋਜ ਬੋਲਿਆ, ਸਾਰਾ ਮਹੱਲਾ ਫਿਰ ਆਇਆ, ਘਰਾਂ ਅੱਗੋਂ ਗਮਲੇ ਚੁੱਕ ਲਿਆਇਆ, ਹੋਰ ਤਾਂ ਕਿਤੇ ਲੱਭੇ ਨਹੀਂ। ਸ਼ਿਵ ਹੱਸਦਿਆਂ ਬੋਲਿਆ, ਓਏ ਕਮਲਿਆ, ਆਂਡੀਆਂ ਗਵਾਂਡੀਆਂ ਦੇ ਨਹੀਂ, ਬਾਜ਼ਾਰੋਂ ਖਰੀਦ ਕੇ ਲਿਆਉਣੇ ਸੀ ਗਮਲੇ। ਚੱਲ ਚੱਲੀਏ, ਲੋਕਾਂ ਦੇ ਸੁੱਤੇ ਉੱਠਣ ਤੋਂ ਪਹਿਲਾਂ ਇਹ ਗਮਲੇ ਵਾਪਸ ਰੱਖ ਕੇ ਆਈਏ। ਅਤੇ ਹੱਸਦੇ ਹੱਸਦੇ ਉਹ ਮੁੜ ਦੋਵੇਂ ਗਮਲੇ ਵਾਪਸ ਰੱਖਣ ਚਲੇ ਗਏ। ਸ਼ਿਵ ਕੁਮਾਰ ਜਦੋਂ ਪਟਵਾਰੀ ਹੁੰਦਾ ਸੀ, ਉਸਨੇ ਕਦੀ ਵੀ ਆਪਣੇ ਜ਼ਮੀਰ ਦਾ ਸੌਦਾ ਨਹੀਂ ਕੀਤਾ। ਆਪਣੀ ਇਮਾਨਦਾਰੀ ਉੱਪਰ ਪੂਰਾ ਕਾਇਮ ਰਹਿੰਦਾ ਸੀ। ਇੱਕ ਵਾਰ ਕਿਸੇ ਲੰਬੜਦਾਰ ਨੇ ਉਸ ਤੋਂ ਕੋਈ ਗਲਤ ਕੰਮ ਕਰਵਾਉਣਾ ਸੀ। ਉਸਨੇ ਸ਼ਿਵ ਨੂੰ ਸੱਦਾ ਭੇਜਿਆ। ਸ਼ਿਵ ਜਦੋਂ ਲੰਬੜਦਾਰ ਦੇ ਘਰ ਆਇਆ, ਲੰਬੜਦਾਰ ਨੇ ਤਾਜ਼ੀ ਲੱਸੀ 'ਚ ਮਿੱਠਾ ਪਾ ਸ਼ਿਵ ਨੂੰ ਪੀਣ ਲਈ ਦਿੱਤੀ ਅਤੇ ਚਾਪਲੂਸੀ ਕਰਕੇ ਜਦੋਂ ਕੰਮ ਦੱਸਿਆ ਤਾਂ ਸ਼ਿਵ ਗੁੱਸੇ ਵਿੱਚ ਉੱਠ ਖੜਾ ਹੋਇਆ। ਜੇਬ 'ਚੋਂ ਚਵਾਨੀ ਕੱਢ ਲੰਬੜਦਾਰ ਦੇ ਹੱਥ 'ਤੇ ਰੱਖਦਿਆਂ ਕਿਹਾ, ਲੰਬੜਦਾਰਾ,
ਆ ਲੈ ਆਪਣੇ ਮਿੱਠੇ ਦੇ ਪੈਸੇ ਤੇ ਲੱਸੀ। ਲੱਸੀ ਸਮਝੀ ਕੁੱਤਾ ਪੀ ਗਿਆ, ਪਰ ਇਹ ਗਲਤ ਕੰਮ ਮੈਂ ਨਹੀਂ ਕਰਨਾ। ਉਸ ਵੇਲੇ ਦੇ ਆਲੋਚਕਾਂ ਅਤੇ ਕਵੀਆਂ ਨੇ ਸ਼ਿਵ ਬਾਰੇ ਜੋ ਵੀ ਮਨ ਵਿੱਚ ਆਇਆ ਉਹ ਕਿਹਾ। ਕਿਸੇ ਨੇ ਲੱਭੀਆਂ ਕਿਰਦਾਰ ਵਿੱਚ ਖਾਮੀਆਂ, ਕਿਸੇ ਨੇ ਦ੍ਰਿਸ਼ਟੀਕੋਣ ਵਿੱਚ, ਕਿਸੇ ਸ਼ਰਾਬ ਦੀ ਆਦਤ ਨੂੰ ਭੰਡਿਆ ਤੇ ਕਿਸੇ ਨੇ ਉਸ ਨੂੰ ਕੇਵਲ ਔਰਤ ਦੀ ਗੱਲ ਕਰਨ ਵਾਲਾ ਕਹਿ ਕੇ ਉਸ ਦੀ ਵਿਸ਼ਾਲਤਾ ਨੂੰ ਬੰਨਣ ਦੀ ਕੋਸ਼ਿਸ਼ ਕੀਤੀ। ਪਰ ਅਸਲ ਵਿੱਚ ਫੈਸਲਾ ਉਸ ਦੇ ਸਰੋਤਿਆਂ ਨੇ ਹੀ ਕਰਨਾ ਹੈ। ਉਸ ਵੇਲੇ ਵੀ ਤੇ ਅੱਜ ਵੀ ਸ਼ਿਵ ਨੂੰ ਪੰਜਾਬੀਆਂ ਨੇ ਬਤੌਰ ਸ਼ਾਇਰ ਸਭ ਤੋਂ ਵੱਧ ਪਿਆਰ ਦਿੱਤਾ। ਆਪਣੇ ਜਿਉਂਦਿਆਂ ਸ਼ਿਵ ਦੇ ਪਿਆਰ ਦਾ ਕੋਈ ਇੱਕ ਕਾਲਬ ਵੀ ਨਹੀਂ ਮਿਲਿਆ। ਕਿਸੇ ਦੇ ਹੱਥ ਚੰਗੇ ਲੱਗੇ, ਕਿਸੇ ਦੇ ਵਾਲ, ਕਿਸੇ ਦੇ ਪੈਰ ਅਤੇ ਕਿਸੇ ਦੇ ਬੁੱਲ। ਸ਼ਾਇਦ ਇਸੇ ਕਰਕੇ ਉਸ ਦਾ ਇੱਕੋ ਅਤੇ ਅਖੀਰਲਾ ਪਿਆਰ ਉਸ ਦੀ ਆਪਣੀ ਕਵਿਤਾ ਹੀ ਸੀ। ਕਵਿਤਾ ਹੀ ਸ਼ਾਇਦ ਉਹ ਕੁੜੀ ਸੀ ਜਿਸ ਦਾ ਪਿਆਰ, ਜਿਸ ਦੀ ਪਾਲ, ਜਿਸ ਦੀ ਤਾਂਘ, ਜਿਸ ਦੇ ਗੀਤ ਉਹ ਆਪਣੀ ਸਾਰੀ ਹਯਾਤੀ ਗਾਉਂਦਾ ਰਿਹਾ। ਲੋਕਾਂ ਮੇਰੇ ਗੀਤ ਸੁਣ ਲੈ, ਪਰ ਦੁੱਖ ਨਾ ਕਿਸੇ ਨੇ ਵੀ ਜਾਣਿਆ। ਲੱਖਾਂ ਮੇਰਾ ਸੀਸ ਚੁੰਮ ਗਏ, ਪਰ ਮੁਖੜਾ ਨਾ ਕਿਸੇ ਨੇ ਪਛਾਣਿਆ। ਅੱਜ ਉਸ ਮੁਖੜੇ ਤੋਂ, ਅੱਜ ਉਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਉਂ। ਅੱਜ ਉਸ ਮੁਖੜੇ ਤੋਂ ਪਿਆ ਆਪਣਾ ਮੈਂ ਆਪ ਲੁਕਾਉਂ। ਕਬਰਾਂ ਉਡੀਕਦੀਆਂ ਮੈਨੂੰ ਜੋ ਪੁੱਤਰਾਂ ਨੂੰ ਮਾਂ। ਕਬਰਾਂ ਉਡੀਕਦੀਆਂ ਮੈਨੂੰ ਜੋ ਪੁੱਤਰਾਂ ਨੂੰ ਮਾਂ। ਡਾਕਟਰ ਜੀਤ ਸਿੰਘ ਸੀਤਲ ਨੂੰ ਸ਼ਿਵ ਆਪਣੇ ਪਿਤਾ ਸਮਾਨ ਸਮਝਦੇ ਸਨ। ਸ਼ਿਵ ਦੀ ਪਤਨੀ ਅਰੁਣਾ ਬਟਾਲਵੀ ਨੇ ਜਦੋਂ ਵੀ ਉਹਨਾਂ ਨੂੰ ਮਿਲਣਾ, ਉਹਨਾਂ ਦੇ ਪੈਰਾਂ ਨੂੰ ਹੱਥ ਲਗਾਉਣੇ। ਡਾਕਟਰ ਸੀਤਲ ਹੋਰਾਂ ਨੇ ਅੱਗੋਂ ਆਸ਼ੀਰਵਾਦ ਦਿੰਦਿਆਂ ਹਮੇਸ਼ਾ ਕਹਿਣਾ, ਸਦਾ ਸੁਹਾਗਣ ਰਹੋ। ਸ਼ਿਵ ਦੇ ਇਸ ਦੁਨੀਆ ਤੋਂ ਅਲਵਿਦਾ ਆਖਣ ਤੋਂ ਬਾਅਦ ਡਾਕਟਰ ਸੀਤਲ ਜਦੋਂ ਅਫਸੋਸ ਕਰਨ ਲਈ ਅਰੁਣਾ ਜੀ ਕੋਲ ਆਏ ਤਾਂ ਵੇਖਿਆ ਕਿ ਸ਼ਿਵ ਦੇ ਵਿਛੋੜੇ ਵਿੱਚ ਗੁੜੁਚ ਅਰੁਣਾ ਦੇ ਅੱਖਾਂ 'ਚ ਹੰਝੂ ਅਤੇ ਚਿਹਰੇ ਤੇ ਸਵਾਲ ਸਨ। ਅਰੁਣਾ ਨੇ ਡਾਕਟਰ ਸੀਤਲ ਨੂੰ ਬਿਨਾਂ ਬੋਲੇ ਆਪਣੀਆਂ ਨਮ ਅੱਖਾਂ ਨਾਲ ਪੁੱਛਿਆ, ਪਿਤਾ ਜੀ ਤੁਸੀਂ ਤਾਂ ਕਹਿੰਦੇ ਸੀ ਸਦਾ ਸੁਹਾਗਣ ਰਹੋ। ਡਾਕਟਰ ਜੀਤ ਸਿੰਘ ਸੀਤਲ ਸਵਾਲ ਸਮਝ ਗਏ ਸਨ। ਕੰਬਦੀ ਆਵਾਜ਼ ਵਿੱਚ ਬੋਲੇ, ਪੁੱਤਰ ਜਿੰਨੀ ਦੇਰ ਤੱਕ ਦੁਨੀਆ ਵਿੱਚ ਪੰਜਾਬੀ ਰਹਿਣਗੇ ਤੂੰ ਸੁਹਾਗਣ ਹੀ ਹੈ। ਸ਼ਿਵ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗਾ ਹਮੇਸ਼ਾ ਦੇ ਲਈ। ਅਸਾਂ ਤਾਂ ਜੋਬਨ ਰੁੱਤੇ ਮਰਨਾ, ਮੁੜ ਜਾਣਾ ਭਰੇ ਭਰਾਏ, ਹਿਜਰ ਤੇਰੇ ਦੀ ਕਰ ਪਰਿਕਰਮਾ, ਅਸਾਂ ਤਾਂ ਜੋਬਨ ਰੁੱਤੇ ਮਰਨਾ। ਪੰਜਾਬੀਆਂ ਦੇ ਹਰਮਨ ਪਿਆਰੇ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਕਨੈਕਟ FM ਅਤੇ ਸਮੂਹ ਪੰਜਾਬੀਆਂ ਵੱਲੋਂ ਨਿੱਘੀ ਅਤੇ ਪਿਆਰ ਭਰੀ ਸ਼ਰਧਾਂਜਲੀ। ਤੁਸੀਂ ਅੱਜ ਵੀ ਸਾਡੇ ਦਿਲਾਂ ਵਿੱਚ ਵਸਦੇ ਹੋ। ਅਰੁਣਾ ਬਟਾਲਵੀ ਜੀ ਅੱਜ ਵੀ ਸੁਹਾਗਣ ਹੀ ਹਨ।